तो नक्शा जिहड़ा कि सानू दिखाई दिंदा है गूगल ते वो कुछ इस तरह दे दिखाई दिंदा है। तो ये पंजाब दा नक्शा है। तो पंजाब दे नक्शे तो आपां क्योंकि तीसरी चौथी वारी करन जा रहे हैं तो चंगी तरह सारे जाणू हो चुके ने, क्योंकि पुराने पंजाब दा नक्शा करना है और इस पुराने पंजाब दे नक्शे दे विच ये अद्धा जिहड़ा हिस्सा है वो पाकिस्तान दा है और बाकी दा जिहड़ा है वो मौजूदा साडे पंजाब दा, हिमाचल दा और ये हरियाणे दा हिस्सा। तो ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੋ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਅਸੀਂ ਗੱਲ ਕਰਾਂਗੇ, ਇਹ ਉਹ ਸਾਰੇ ਸਥਾਨ ਨੇ ਮਾਰਕ ਕੀਤੇ ਹੋਏ ਜਿਹੜੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਹੈਗੇ ਨੇ। ਲੇਕਿਨ ਇੱਥੇ ਅਸੀਂ ਗੱਲ ਕਰਾਂਗੇ ਦੋ ਜਿਹੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਜਿਹੜੀਆਂ ਲੜਾਈਆਂ ਜਿਹੜੀਆਂ ਉਹਨਾਂ ਨੇ ਲੜੀਆਂ ਨੇ। ਤੋਂ ਪਿਆਰੇ ਬੱਚਿਓ, ਇਸ ਨਕਸ਼ੇ ਦੇ ਵਿੱਚ ਜਿਹੜਾ ਅਸੀਂ ਮੇਨ ਚੀਜ਼ ਦੇਖਣੀ ਹੈ ਉਹ ਇਹ ਹੈ ਕਿ ਪੰਜਾਬ ਦਾ ਜਿਹੜਾ ਨਕਸ਼ਾ ਹੈ, ਇਹ ਜਿਹੜਾ ਪੁਰਾਣੇ ਪੰਜਾਬ ਦਾ ਦੇਖੋ ਜਿਹੜਾ ਨਕਸ਼ਾ ਨਜ਼ਰ ਆ ਰਿਹਾ ਹੈ ਇਹ ਵਾਲਾ, ਇਹਦੇ ਵਿੱਚ ਜਦੋਂ ਅਸੀਂ ਇਹ ਪੰਜਾਬ ਦੇ ਨਕਸ਼ੇ ਦੇ ਉੱਪਰਲੇ ਇਸ ਬੈਂਡ ਤੋਂ ਇਹ ਨਿਚਲੇ ਬੈਂਡ ਦੇ ਵਿੱਚ ਵਿਚਕਾਰ ਆਪਾਂ ਪੀਲੀ ਲਾਈਨ ਜਿਹੜੀ ਹੈ ਡਿਮਾਰਕੇਸ਼ਨ ਵਾਲੀ ਦੇਖ ਰਹੇ ਹਾਂ, ਜਦੋਂ ਇਹ ਵਿਚਲੀ ਲਾਈਨ ਲਗਾ ਦਿੰਦੇ ਹਾਂ ਤਾਂ ਜਿਹੜਾ ਭਾਰਤੀ ਪੰਜਾਬ ਜਿਹੜਾ ਉਹ ਸੱਜੇ ਪਾਸੇ ਪੈਂਦਾ ਹੈ। ਇਹਦੇ ਵਿੱਚ ਜਿਹੜਾ ਉੱਪਰਲਾ ਹਿੱਸਾ ਹੈ ਇਹ ਵਾਲਾ ਇਹ ਹਿਮਾਚਲ ਪ੍ਰਦੇਸ਼ ਦਾ ਹੈ ਔਰ ਇਹ ਨਿਚਲਾ ਹਿੱਸਾ ਜਿਹੜਾ ਹੈ ਇਹ ਹਰਿਆਣਾ ਹੈ ਔਰ ਵਿਚਕਾਰ ਵਾਲਾ ਜਿਹੜਾ ਇੰਨਾ ਹਿੱਸਾ ਤਿਕੋਣੇ ਟਾਈਪ ਜਿਹੜਾ ਹੈ ਇਹ ਪੰਜਾਬ ਦਾ ਹਿੱਸਾ ਹੈ, ਮੌਜੂਦਾ ਪੰਜਾਬ। ਤੋ ਇਹ ਤਿੰਨ ਪ੍ਰਾਂਤ ਜਿਹੜੇ ਨੇ ਇਹ ਮੌਜੂਦਾ ਭਾਰਤ ਦੇ ਹੈਗੇ ਨੇ ਜਿਹੜੇ ਕਿ ਪ੍ਰਾਚੀਨ ਪੰਜਾਬ ਦੇ ਵਿੱਚ ਪੈਦੇ ਔਰ ਅਸੀਂ ਇਹਨੂੰ ਪੰਜਾਬ ਦੇ ਤੌਰ ਤੇ ਹੀ ਮੰਨ ਕੇ ਚੱਲਣਾ ਹੈ। ਤੋ ਇਸ ਪੰਜਾਬ ਦੇ ਵਿੱਚ ਤੁਸੀਂ ਇਹ ਯਾਦ ਰੱਖਣਾ, ਜਦੋਂ ਵੀ ਨਕਸ਼ਾ ਸਾਡੇ ਕੋਲ ਆਵੇ ਤਾਂ ਜਦੋਂ ਆਪਾਂ ਇਹ ਡਿਮਾਰਕੇਸ਼ਨ ਇੱਥੋਂ ਕਰਦੇ ਹਾਂ ਜਿਹੜੀ ਕਿ ਪੀਲੀ ਲਾਈਨ ਹੈ, ਤਾਂ ਸੱਜੇ ਵਾਲੇ ਪਾਸੇ ਜਿਹੜਾ ਹੈ, ਸੱਜੇ ਵਾਲਾ ਪਾਸਾ ਜਿਹੜਾ ਹੈ ਉਹ ਸਾਰਾ ਸਾਡੇ ਭਾਰਤ ਦਾ ਪੰਜਾਬ ਹੈ। ਔਰ ਜਿੰਨੀਆਂ ਵੀ ਘਟਨਾਵਾਂ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਈਆਂ ਨੇ ਜਿਹੜੇ ਕਿ ਸਾਨੂੰ ਸਥਾਨ ਬੇਟੇ ਭਰਨ ਦੇ ਵਾਸਤੇ ਆਉਣਗੇ, ਉਹ ਸਾਰੇ ਹੀ ਸੱਜੇ ਪਾਸੇ ਜਿਹੜੇ ਨੇ ਉਹ ਪੈਂਦੇ ਨੇ, ਯਾਨੀ ਕਿ ਸੱਜੇ ਵਾਲੇ ਪਾਸੇ ਜਿਹੜਾ ਪੰਜਾਬ ਹੈ ਉਹਦੇ ਵਿੱਚ ਹੀ ਸਾਰੇ ਸਥਾਨ ਪੈਂਦੇ ਨੇ। ਔਰ ਖੱਬੇ ਪਾਸੇ ਸਥਾਨ ਕਿਹੜੇ ਪੈਂਦੇ ਨੇ? ਬਹੁਤ ਘੱਟ ਸਥਾਨ ਨੇ। ਉਹਦੇ ਵਿੱਚ ਸਥਾਨ ਉਹ ਨੇ ਜਿਹੜੇ ਕਿ ਆਪਾਂ ਦੂਸਰੀ ਐਂਗਲੋ ਸਿੱਖ ਵਾਰ ਜਿਹੜੀ ਹੈ ਉਹਦੇ ਵਿੱਚ ਅਸੀਂ ਦੇਖੇ ਸੀ। ਇੱਥੇ ਗੁਜਰਾਤ, ਚਿਲੀਆਂਵਾਲਾ ਔਰ ਮੁਲਤਾਨ ਦਾ ਜਿਹੜਾ ਖੇਤਰ ਸੀ ਉਹ ਦੇਖਿਆ ਸੀਗਾ। ਔਰ ਇਹ ਬਹੁਤ ਸਾਰੇ ਘੱਟ ਜਿਹੜੇ ਤਿੰਨ ਸਥਾਨ ਇੱਧਰ ਪੈਂਦੇ ਨੇ, ਬਾਕੀ ਜਿਹੜੇ ਨੇ ਉਹ ਸਥਾਨ ਸਾਰੇ ਹੀ ਸਾਡੇ ਮੌਜੂਦਾ ਪੰਜਾਬ ਦੇ ਵਿੱਚ ਪੈਂਦੇ ਨੇ। ਔਰ ਅੱਜ ਦੀ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਰਿਲੇਟਡ ਜਿਹੜੀ ਨਕਸ਼ਾ ਹੈ, ਉਹ ਵੀ ਕੀ ਹੈ ਕਿ ਇਹ ਜਿਹੜਾ ਮੌਜੂਦਾ ਪੰਜਾਬ ਸਾਨੂੰ ਨਜ਼ਰ ਆ ਰਿਹਾ ਹੈ, ਇਹ ਮੌਜੂਦਾ ਪੰਜਾਬ ਦਾ ਜਿਹੜਾ ਪੂਰਬੀ ਬਾਰਡਰ ਹੈ, ਯਾਨੀ ਕਿ ਹੁਣ ਦਾ ਜਿਹੜਾ ਪੂਰਬੀ ਬਾਰਡਰ ਹੈ, ਜਦੋਂ ਅਸੀਂ ਇੱਥੋਂ ਬਾਰਡਰ ਥੱਲੇ ਨੂੰ ਆਉਂਦਾ ਦੇਖਦੇ ਹਾਂ ਤਾਂ ਇਹ ਬਿਲਕੁਲ ਨੀਚੇ ਨੂੰ ਸਿੱਧੀ ਲਾਈਨ ਜਿਹੜੀ ਹੈ ਇਹ ਖਿੱਚੀ ਜਾ ਰਹੀ ਹੈ। ਔਰ ਜਿੱਥੇ ਲਾਈਨ ਜਿਹੜੀ ਹੈ ਇਸ ਤਰ੍ਹਾਂ ਜਾ ਕੇ ਟੇਢੀ ਹੋ ਜਾਂਦੀ ਔਰ ਨੀਚੇ ਨੂੰ ਆ ਜਾਂਦੀ ਹੈ, ਤਾਂ ਇਸ ਏਰੀਏ ਦੇ ਵਿੱਚ ਇਹ ਵਾਲਾ ਸਾਰਾ ਖੇਤਰ ਹੈ ਜਿੱਥੇ ਕਿ ਇਹ ਸਥਾਨ ਭਰੇ ਹੋਏ ਨੇ, ਸਾਨੂੰ ਆਉਂਦੇ ਨੇ। ਔਰ ਇਹ ਕਾਫੀ ਸਥਾਨ ਜਿਹੜੇ ਨੇ ਇਸੇ ਏਰੀਏ ਦੇ ਵਿੱਚ ਨੇ। ਉਹ ਸਾਰੀਆਂ ਗਤੀਵਿਧੀਆਂ ਜਿਹੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਣੇ ਜੀਵਨ ਦੀਆਂ, ਜਿਹੜੀਆਂ ਕਿ ਆਪਾਂ ਜ਼ਿਆਦਾਤਰ ਉਹਨਾਂ ਦਾ ਜੀਵਨ ਜਿਹੜਾ ਹੈ ਮੁਗਲਾਂ ਦੇ ਅਗੇਂਸਟ ਔਰ ਪਹਾੜੀ ਰਾਜਿਆਂ ਦੇ ਅਗੇਂਸਟ ਜਿਹੜਾ ਲੜਾਈਆਂ ਦੇ ਵਿੱਚ ਗੁਜ਼ਰਿਆ ਹੈ, ਉਹ ਸਾਰੇ ਜਿਹੜੇ ਸਥਾਨ ਨੇ ਉਹ ਇਸ ਏਰੀਏ ਦੇ ਨਾਲ ਸੰਬੰਧਿਤ ਹੈਗੇ ਨੇ। ਤੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਪਹਿਲੀ ਲੜਾਈ ਜਿਹੜੀ ਹੈ ਉਹਨਾਂ ਨੂੰ ਲੜਨੀ ਪਈ ਸੀ। ਤਾਂ ਬੱਚਿਓ ਇਹ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਅਨੰਦਪੁਰ ਸਾਹਿਬ ਹੈ ਜਿਹੜਾ ਕਿ ਸਾਨੂੰ ਨਜ਼ਰ ਆ ਰਿਹਾ ਹੈ। ਤੋ ਇਹ ਅਨੰਦਪੁਰ ਦਾ ਪਲੇਸ ਹੈ। ਤੋ ਇਸ ਅਨੰਦਪੁਰ ਦੇ ਬਾਰਡਰ ਦੇ ਨਾਲ ਆਪਾਂ ਅਗਾਂਹ ਜਦੋਂ ਜਾਂਦੇ ਤੇ ਇਹ ਪੰਜਾਬ ਦਾ ਬਾਰਡਰ ਸਾਡਾ ਸਾਨੂੰ ਅੱਜ ਕੱਲ੍ਹ ਨਜ਼ਰ ਆਉਂਦਾ ਹੈ, ਲੇਕਿਨ ਉਸ ਸਮੇਂ ਚਲੋ ਇਹ ਬਾਰਡਰ ਨਹੀਂ ਸੀ। ਇਹ ਵਾਲਾ ਹਿੱਸਾ ਜਿਹੜਾ ਹੈ ਇਹ ਬਿਲਾਸਪੁਰ ਸਾਨੂੰ ਇਹ ਸਾਹਮਣੇ ਵੇਖੋ ਨਜ਼ਰ ਆ ਰਿਹਾ ਹੈ।
ਇਹ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਉੱਪਰ ਜਿਹੜਾ ਗੋਬਿੰਦ ਸਾਗਰ ਝੀਲ ਹੈ ਜਿਹੜੀ ਸਾਨੂੰ ਇਹ ਪਾਣੀ ਜਿਹੜਾ ਨਜ਼ਰ ਆ ਰਿਹਾ ਹੈ, ਔਰ ਜਿਹੜਾ ਕਿ ਭਾਖੜਾ ਡੈਮ ਇੱਥੇ ਬਣਿਆ ਹੋਇਆ। ਤੋ ਇਹਦੇ ਨਾਲ ਹੀ ਇਸ ਕਿਨਾਰੇ ਤੇ ਆਪਾਂ ਦੇਖਦੇ ਹਾਂ ਪੰਜਾਬ ਵਾਲੇ ਹਿੱਸੇ ਤੇ ਇਹ ਅਨੰਦਪੁਰ ਸਾਹਿਬ ਹੈ। ਤੋ ਇਸ ਅਨੰਦਪੁਰ ਸਾਹਿਬ ਦੇ ਬਿਲਕੁਲ ਜਦੋਂ ਇਹ ਪਾਰ ਕਰਦੇ ਹਾਂ ਆਪਾਂ ਤਾਂ ਸਾਹਮਣੇ ਬਿਲਾਸਪੁਰ ਹੈ, ਔਰ ਇਹੀ ਬਿਲਾਸਪੁਰ ਹੈ ਜਿਹਦੀ ਰਿਆਸਤ ਦਾ ਉਸ ਵੇਲੇ ਜਿਹੜਾ ਰਾਜਾ ਸੀ ਉਹ, ਅਗਰ ਤੁਹਾਨੂੰ ਨਾਮ ਯਾਦ ਹੋਵੇ ਤਾਂ ਭੀਮ ਚੰਦ ਉਹਦਾ ਨਾਮ ਸੀ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਤੋਂ ਬਹੁਤ ਜ਼ਿਆਦਾ ਖਾਰ ਖਾਂਦਾ ਸੀ ਔਰ ਇਹਨਾਂ ਦੇ ਨਾਲ ਵੈਰ ਵਿਰੋਧਤਾ ਜਿਹੜੀ ਹੈ ਰੱਖਦਾ ਸੀ। ਤੋ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜੋ ਇਹਨਾਂ ਲੜਾਈਆਂ ਦੇ ਨਾਲ ਉਲਝਣਾ ਨਹੀਂ ਸੀ ਚਾਹੁੰਦੇ, ਇਸ ਝਗੜੇ 'ਚ ਨਹੀਂ ਸੀ ਪੈਣਾ ਚਾਹੁੰਦੇ, ਤੋ ਸ਼ੁਰੂਆਤੀ ਜਿਹੜੀਆਂ ਨੇ ਇਹਨਾਂ ਨੇ ਯਾਨੀ ਕਿ ਝੜਪਾਂ ਕੀਤੀਆਂ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਕਿਉਂਕਿ ਸ਼ਾਂਤੀਪੂਰਵਕ ਰਹਿਣਾ ਚਾਹੁੰਦੇ ਸੀ ਉਸ ਸਮੇਂ, ਤਾਂ ਉਹਨਾਂ ਨੇ ਯਾਨੀ ਕਿ ਇਹ ਜਿਹੜਾ ਸਥਾਨ ਹੈ ਅਨੰਦਪੁਰ ਸਾਹਿਬ ਤੋਂ ਉਹ ਜਿਹੜੇ ਨੇ ਇਸ ਸਥਾਨ ਨੂੰ ਛੱਡ ਕੇ ਤਾਂ ਪਾਉਂਟਾ ਸਾਹਿਬ ਚਲੇ ਗਏ ਸੀ। ਤੋ ਪਾਉਂਟਾ ਸਾਹਿਬ ਜਿਹੜਾ ਹੈ ਉਹ ਦੇਖੋ ਇਹ ਅਨੰਦਪੁਰ ਸਾਹਿਬ ਹੈ, ਔਰ ਪਾਉਂਟਾ ਸਾਹਿਬ ਜਿਹੜਾ ਹੈ ਬਿਲਕੁਲ ਨੀਚੇ ਨੂੰ ਜਾ ਕੇ ਤਾਂ ਇੱਥੇ ਪੈਂਦਾ ਹੈ। ਇਹ ਪਾਉਂਟਾ ਸਾਹਿਬ ਹੈ। ਪਾਉਂਟਾ ਦਾ ਮਤਲਬ ਹੁੰਦਾ ਹਿੰਦੀ ਦਾ ਸ਼ਬਦ ਹੈ ਪਾਮ ਟਿਕਾ। ਪਾਮ ਟਿਕਾ ਯਾਨੀ ਕਿ ਪੈਰ ਟਿਕਾਇਆ। ਤੋ ਇਸ ਸਥਾਨ ਤੇ ਜਾ ਕੇ ਉਹਨਾਂ ਨੇ ਆਪਣਾ ਪੈਰ ਟਿਕਾਇਆ ਸੀ। ਇੱਥੇ ਉਹਨਾਂ ਨੇ ਆਪਣੇ 52 ਕਵੀ ਜਿਹੜੇ ਰੱਖੇ ਸੀ ਆਪਣੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ, ਔਰ ਜਿੰਨਾ ਵੀ ਉਹਨਾਂ ਦਾ ਸਾਹਿਤ ਹੈ ਬਹੁਤ ਸਾਰਾ ਉਹਨਾਂ ਨੇ ਇਸ ਸਥਾਨ ਤੇ ਲਿਖਿਆ ਸੀ। ਤੋ ਇਹ ਪਾਉਂਟਾ ਸਾਹਿਬ ਹੈ। ਤੋ ਇਸ ਜਗ੍ਹਾ ਜਦੋਂ ਯਾਨੀ ਕਿ ਉਹ ਵਿਚਰ ਰਹੇ ਸੀ, ਯਾਨੀ ਕਿ ਰਹਿੰਦੇ ਸੀ, ਤਾਂ ਇੱਥੋਂ ਦਾ ਨਾਲ ਹੀ ਆਪਣੇ ਉੱਤਰਾਖੰਡ ਹੈ, ਤਾਂ ਇੱਥੇ ਗੜਵਾਲ ਹੈ। ਤੋ ਗੜਵਾਲ ਦਾ ਜਿਹੜਾ ਸ਼ਾਸਕ ਹੈ ਉਹਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਹੁਤ ਅੱਛੇ ਜਿਹੜੇ ਸੰਬੰਧ ਸੀਗੇ। ਤੋ ਜਦੋਂ ਅਸੀਂ ਇਤਿਹਾਸ ਬੱਚੇ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਹੈ ਕਿ ਜਿਹੜੀ ਪਹਿਲੀ ਲੜਾਈ ਹੈ ਭੰਗਾਨੀ ਦੀ ਲੱਗੀ ਸੀ, ਤਾਂ ਉਹ ਇਹ ਭੰਗਾਨੀ ਬਿਲਕੁਲ ਨਾਲ ਪਾਉਂਟਾ ਸਾਹਿਬ ਦੇ ਨਾਲ, ਆ ਦੇਖੋ ਇਹ ਭੰਗਾਨੀ ਦਾ ਸਥਾਨ ਹੈ। ਤੋ ਇਹ ਜਿਹੜੀਆਂ ਨੇ ਜਦੋਂ ਅਸੀਂ ਪੜ੍ਹਦੇ ਹੁੰਦੇ ਉਦੋਂ ਸਾਨੂੰ ਨਹੀਂ ਪਤਾ ਹੁੰਦਾ, ਇਸ ਕਰਕੇ ਮੈਂ ਤੁਹਾਨੂੰ ਇਹਦੇ ਬਾਰੇ ਜ਼ਿਕਰ ਕਰ ਰਿਹਾ ਕਿ ਆਹ ਦੇਖੋ ਬਿਲਾਸਪੁਰ ਹੈ, ਔਰ ਬਿਲਾਸਪੁਰ ਦਾ ਜਿਹੜਾ ਰਾਜਾ ਹੈ ਭੀਮ ਚੰਦ ਜਿਹੜਾ ਸੀ, ਉਹਦੇ ਬੇਟੇ ਅਜਮੇਰ ਚੰਦ ਦੀ ਜਿਹੜੀ ਸ਼ਾਦੀ ਸੀ, ਔਰ ਜਿਹੜੇ ਲੜਾਈ ਦਾ ਜਿਹੜਾ ਕਾਰਨ ਅਸੀਂ ਜਦੋਂ ਪੜ੍ਹਦੇ ਹਾਂ ਬਣਿਆ, ਤਾਂ ਉਹ ਆਪਣੀ ਜਿਹੜੀ ਹੈ ਬਰਾਤ ਜਦੋਂ ਲੈ ਕੇ ਜਾ ਰਹੇ ਸੀਗੇ। ਹੁਣ ਦੇਖੋ ਸਾਨੂੰ ਉਸ ਵੇਲੇ ਪੜ੍ਹਦਿਆਂ ਸਮੇਂ ਨਹੀਂ ਪਤਾ ਲੱਗਦਾ ਕਿ ਭੰਗਾਨੀ ਕਿੱਧਰ ਹੈ, ਪਾਉਂਟਾ ਸਾਹਿਬ ਕਿੱਥੇ ਆ, ਗੜਵਾਲ ਕਿੱਥੇ ਆ, ਲੇਕਿਨ ਹੁਣ ਤੁਹਾਨੂੰ ਜਿਹੜਾ ਨਕਸ਼ੇ ਤੋਂ ਸਾਫ਼ ਪਤਾ ਲੱਗੇਗਾ ਆਹ ਗੜਵਾਲ ਹੈ ਔਰ ਇਹ ਜਿਹੜਾ ਬਿਲਾਸਪੁਰ ਹੈ। ਇਹ ਦੇਖੋ ਬਿਲਾਸਪੁਰ ਤੋਂ ਜਦੋਂ ਉਹਨਾਂ ਨੇ ਜਾਣਾ ਸੀ ਇਹ ਇੱਥੇ ਗੜਵਾਲ ਵਿੱਚ, ਗੜਵਾਲ ਹੈ। ਤੋ ਜਦੋਂ ਇੱਥੇ ਜਾਣਾ ਹੈ ਗੜਵਾਲ, ਜਿਹੜੀ ਉਹਨਾਂ ਦੀ ਬਰਾਤ ਜਾਣੀ ਸੀ ਬਿਲਾਸਪੁਰ ਤੋਂ, ਔਰ ਰਸਤੇ 'ਚ ਹੀ ਪੈਂਦਾ ਸੀ ਪਾਉਂਟਾ ਸਾਹਿਬ। ਆਹ ਦੇਖੋ ਪਾਉਂਟਾ ਸਾਹਿਬ ਹੈ, ਔਰ ਪਾਉਂਟਾ ਸਾਹਿਬ ਦੇ ਵਿੱਚੋਂ ਜਦੋਂ ਲੰਘ ਰਹੇ ਸੀਗੇ ਤਾਂ ਉੱਥੇ ਜਿਹੜਾ ਹੈ ਇਹ ਝਗੜਾ ਹੁੰਦਾ ਹੈ। ਔਰ ਆਪਾਂ ਜਾਣਦੇ ਹਾਂ ਕਿ ਸਿੱਖਾਂ ਨੇ ਉਸ ਸਮੇਂ ਜਿਹੜੀ ਸੰਗਤ ਸੀਗੀ, ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਸਿੱਖ ਸੈਨਿਕ ਸੀਗੇ, ਉਹਨਾਂ ਦੇ ਨਾਲ ਜਿਹੜਾ ਹੈ ਉਸ ਵੇਲੇ ਪਹਾੜੀ ਜਿਹੜੇ ਸ਼ਾਸਕ ਸੀ ਉਹਨਾਂ ਦੇ ਨਾਲ ਆਏ ਇਸ ਬਰਾਤ ਦੇ ਵਿੱਚ, ਉਹਨਾਂ ਦਾ ਝਗੜਾ ਜਿਹੜਾ ਇੱਥੇ ਹੋ ਜਾਂਦਾ ਹੈ। ਤਾਂ ਇਸ ਕਰਕੇ ਉਹਨਾਂ ਨੂੰ ਇੱਥੋਂ ਬਰਾਤ ਜਿਹੜੀ ਉਹਨਾਂ ਦੀ ਲੰਘਣ ਨਹੀਂ ਦਿੱਤੀ ਜਾਂਦੀ। ਉਹਨਾਂ ਦੀ ਗਿਣਤੀ ਬੇਸ਼ੱਕ ਜ਼ਿਆਦਾ ਸੀਗੇ। ਤੋ ਉਹ ਜਿਹੜਾ ਲੜਾਈ ਹੈ ਉਹ ਪਾਉਂਟਾ ਸਾਹਿਬ ਦੇ ਬਿਲਕੁਲ ਨਾਲ ਜਿਹੜੀ ਹੈ ਭੰਗਾਨੀ ਸਾਹਿਬ ਜਿਹੜੀ ਜਗ੍ਹਾ ਆ ਉਸ ਥਾਂ ਤੇ ਇਹ ਲੜਾਈ ਜਿਹੜੀ ਹੈ ਲੜੀ ਗਈ ਹੈ। ਤੋ ਇਹ ਪਾਉਂਟਾ ਸਾਹਿਬ ਹੈ ਔਰ ਇਹ ਜਿਹੜੀ ਹੈ ਭੰਗਾਨੀ ਹੈ। ਤੋ ਇਸ ਨੂੰ ਤੁਸੀਂ ਜਿਹੜਾ ਹੈ ਯਾਦ ਰੱਖਣਾ ਹੈ ਇਸ ਸਥਾਨ ਨੂੰ। ਤੋ ਇਹ ਸਥਾਨ ਜਿਹੜਾ ਹੈ ਇਹ ਆਪਣੇ ਪਿਛਲੇ ਨਕਸ਼ੇ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਹ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਖਿਦਰਾਣਾ ਦੇ ਬਿਲਕੁਲ ਇਸ ਸਾਈਡ ਤੇ ਖਿਦਰਾਣਾ ਪੈਂਦਾ ਹੈ ਖੱਬੇ ਪਾਸੇ। ਜਦੋਂ ਆਪਾਂ ਪੰਜਾਬ ਦਾ ਨਕਸ਼ਾ ਦੇਖਦੇ ਹਾਂ ਇੱਥੇ ਫਾਜ਼ਿਲਕਾ ਸੀ ਔਰ ਫਾਜ਼ਿਲਕਾ ਦੇ ਨਾਲ ਹੀ ਖਿਦਰਾਣਾ ਆ। ਔਰ ਜਦੋਂ ਅਸੀਂ ਲਕੀਰ ਲਗਾਵਾਂਗੇ ਸਿੱਧੀ, ਤਾਂ ਬਿਲਕੁਲ ਸਿੱਧੀ ਲਕੀਰ ਦੇ ਸਾਹਮਣੇ ਜਿੱਥੇ ਇਹ ਹਿਮਾਚਲ ਦੇ ਬਾਰਡਰ ਜਿਹੜਾ ਖਤਮ ਹੁੰਦਾ ਹੈ ਔਰ ਥੱਲੇ ਜਾ ਕੇ ਇਹ ਦੇਖੋ ਇਹ ਵਾਲਾ ਹਰਿਆਣਾ ਦਾ ਬਾਰਡਰ ਹੈ, ਤਾਂ ਇੱਥੋਂ ਹਰਿਆਣਾ ਦਾ ਬਾਰਡਰ ਸ਼ੁਰੂ ਹੁੰਦਾ ਹੈ। ਔਰ ਇਹਨਾਂ ਵਾਲਾ ਹਿੱਸਾ ਜਿਹੜਾ ਹੈ ਇਹ ਹਿਮਾਚਲ ਪ੍ਰਦੇਸ਼ ਦਾ, ਤਾਂ ਇਹ ਵਾਲੇ ਹਿੱਸੇ ਦੇ ਵਿੱਚ ਨਿਚਲੇ ਹਿੱਸੇ ਦੇ ਵਿੱਚ ਪਾਉਂਟਾ ਸਾਹਿਬ ਹੈ ਔਰ ਨਾਲ ਹੀ ਉੱਪਰਲੇ ਹਿੱਸੇ ਦੇ ਵਿੱਚ ਇੱਥੇ ਭੰਗਾਨੀ ਸਾਹਿਬ ਹੈ। ਤਾਂ ਔਰ ਇਸ ਲੜਾਈ ਦੇ ਵਿੱਚ ਇਹ ਦੇਖੋ ਨਾਲ ਹੀ ਸਡੌਰਾ ਹੈ,
ਇਹ ਸਡੋਰਾ ਵੀ ਸਾਡੇ ਨਕਸ਼ੇ ਦੇ ਵਿੱਚ ਭਰਨ ਦੇ ਵਾਸਤੇ ਆਏਗਾ। ਔਰ ਇਹ ਸਡੋਰਾ ਤੋਂ ਪੀਰ ਬੁੱਧੂ ਸ਼ਾਹ ਨੇ ਆਪਣੇ 700 ਪਠਾਨਾਂ ਨੂੰ ਜਿਹੜਾ ਹੈ ਇਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਭੇਜਿਆ ਸੀ ਕਿ ਉਹਨਾਂ ਦੇ ਜਿਹੜੇ ਸੈਨਿਕ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਸੀਗੇ। ਤੋ ਇਹ ਸਡੋਰਾ ਵੀ ਜਿਹੜਾ ਹੈ ਪਾਉਂਟਾ ਸਾਹਿਬ ਦੇ ਬਿਲਕੁਲ ਲਾਗੇ ਹੈ। ਤੋ ਇਸ ਕਰਕੇ ਇੱਥੋਂ ਆਪਾਂ ਦੇਖਦੇ ਹਾਂ ਕਿ ਨਕਸ਼ੇ ਦੇ ਵਿੱਚ ਸਾਨੂੰ ਜ਼ਿਆਦਾ ਇਹ ਜਿਹੜੀ ਹੈ ਕਲੀਅਰ ਹੁੰਦੀ ਹੈ ਸਿਚੁਏਸ਼ਨ, ਕਿ ਜੇ ਤੇ ਆਪਾਂ ਵੈਸੇ ਪੜਾਂਗੇ ਤੇ ਉਹਦਾ ਸਾਨੂੰ ਪਤਾ ਨਹੀਂ ਲੱਗੇਗਾ ਕਿ ਸਡੋਰਾ ਕਿੱਥੇ ਹੈ, ਉਹ ਕਿਸ ਤਰ੍ਹਾਂ ਉਹਨਾਂ ਨੇ ਸੈਨਾ ਭੇਜੀ। ਤੋ ਇਹ ਸਡੋਰਾ, ਪਾਉਂਟਾ ਸਾਹਿਬ ਔਰ ਭੰਗਾਣੀ ਜਿਹੜੇ ਨੇ ਬਿਲਕੁਲ ਲਾਗੇ ਲਾਗੇ ਨੇ। ਔਰ ਇਹ ਬਿਲਾਸਪੁਰ ਜਿਹੜਾ ਹੈ ਉਹ ਖੱਬੇ ਪਾਸੇ ਪੈਂਦਾ ਸੀਗਾ, ਔਰ ਸੱਜੇ ਪਾਸੇ ਜਿਹੜੀ ਉਹਨਾਂ ਦੀ ਬਰਾਤ ਜਾਣੀ ਸੀ ਜਿਹੜਾ ਕਿ ਗੜਵਾਲ ਦਾ ਇਲਾਕਾ ਹੈ। ਤੋ ਬਿਲਕੁਲ ਵਿਚਕਾਰੋਂ ਇੱਥੋਂ ਲੰਘਣਾ ਸੀ। ਤੋ ਇਸ ਕਰਕੇ ਇਸ ਲੜਾਈ ਦਾ ਜਿਹੜਾ ਸਥਾਨ ਹੈ ਉਹ ਭੰਗਾਣੀ ਸਾਹਿਬ ਜਿਹੜਾ ਹੈ, ਭੰਗਾਣੀ ਸਾਹਿਬ, ਉਹ ਬਿਲਕੁਲ ਪਾਉਂਟਾ ਸਾਹਿਬ ਦੇ ਲਾਗੇ ਪੈਂਦਾ ਹੈ। ਔਰ ਜਿੱਥੋਂ ਪੀਰ ਬੁੱਧੂ ਸ਼ਾਹ ਨੇ ਜਿਹੜੇ ਆਪਣੇ ਸੈਨਿਕ ਭੇਜੇ ਸੀ ਉਹ ਸਡੋਰਾ ਵੀ ਜਿਹੜਾ ਹੈ ਬਿਲਕੁਲ ਲਾਗੇ ਹੈ। ਔਰ ਮੌਜੂਦਾ ਨਕਸ਼ੇ ਦੇ ਵਿੱਚ ਅਸੀਂ ਦੇਖਿਆ ਜਾਵੇ ਤਾਂ ਇਹ ਹਰਿਆਣੇ ਦੇ ਵਿੱਚ ਪੈਂਦਾ ਹੈ। ਸਡੋਰਾ ਜਿਹੜਾ ਹੈ ਇਹ ਹਰਿਆਣੇ ਦੇ ਬਾਰਡਰ ਦੇ ਲਾਗੇ ਪੈ ਰਿਹਾ ਹੈ, ਜਦਕਿ ਪਾਉਂਟਾ ਸਾਹਿਬ ਜਿਹੜਾ ਹੈ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ, ਔਰ ਭੰਗਾਣੀ ਸਾਹਿਬ ਜਿਹੜਾ ਹੈ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ। ਤੋ ਇਹ ਸੀ ਪਹਿਲੀ ਜਿਹੜੀ ਲੜਾਈ ਦੇ ਬਾਰੇ ਤੁਹਾਨੂੰ ਮੈਂ ਦੱਸਿਆ ਹੈ। ਤਾਂ ਇਸ ਤੋਂ ਇਲਾਵਾ ਇੱਕ ਹੋਰ ਲੜਾਈ ਉਹਨਾਂ ਨੇ ਲੜੀ ਸੀ ਜਿਹਨੂੰ ਅਸੀਂ ਕਹਿੰਦੇ ਨਾਦੌਨ ਦੀ ਲੜਾਈ। ਤੋ ਇਹ ਦੇਖੋ, ਇਹ ਬਿਲਾਸਪੁਰ ਹੈ। ਜਦੋਂ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ ਜਿਹੜੀ ਲੜਾਈ ਹੋਈ ਸੀ ਭੰਗਾਣੀ ਦੀ, ਇਹ ਲੜਾਈ ਤੋਂ ਬਾਅਦ ਜਿਹੜਾ ਯਾਨੀ ਕਿ ਹੋ ਗਿਆ ਸੀ ਸਮਝੌਤਾ, ਔਰ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਦੁਬਾਰਾ ਇੱਥੇ ਅਨੰਦਪੁਰ ਸਾਹਿਬ ਆਪਣੇ ਆ ਗਏ ਸੀਗੇ। ਔਰ ਅਨੰਦਪੁਰ ਸਾਹਿਬ ਤੋਂ ਆਉਣ ਤੋਂ ਬਾਅਦ ਇਹ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਸਮਝੌਤਾ ਪਹਾੜੀ ਰਾਜਿਆਂ ਨੇ ਕਰ ਲਿਆ ਸੀ, ਔਰ ਬੜੇ ਮੈਤਰੀਪੂਰਨ ਸੰਬੰਧ ਜਿਹੜੇ ਨੇ ਕੁਝ ਦੇਰ ਤੱਕ ਰਹੇ ਸੀਗੇ। ਔਰ ਮੁਗਲਾਂ ਦੇ ਵਿਰੋਧ ਦੇ ਵਿੱਚ ਸਾਰਿਆਂ ਨੇ ਮਿਲ ਕੇ ਉਸ ਵੇਲੇ ਜਿਹੜੇ ਪਹਾੜੀ ਰਾਜੇ ਨੇ ਮੁਗਲਾਂ ਨੂੰ ਉਹਨਾਂ ਨੇ ਕਰ ਦੇਣਾ, ਜਿਹੜਾ ਵਾਰਸ਼ਿਕ ਕਰ ਦੇਣਾ ਬੰਦ ਕਰ ਦਿੱਤਾ ਸੀ। ਤੋ ਉਸ ਕਰ ਨੂੰ ਵਸੂਲਣ ਦੇ ਵਾਸਤੇ ਇਹ ਜਿਹੜਾ ਨਾਦੌਨ ਦਾ ਯੁੱਧ ਜਿਹੜਾ ਉਹਦੇ ਨਾਲ ਰਿਲੇਟਡ ਹੈ। ਤੋ ਮੁਗਲ ਸ਼ਾਸਕਾਂ ਨੇ ਜਿਹੜਾ ਹੈ ਉਸ ਸਮੇਂ ਇੱਥੋਂ ਆ ਦੇਖੋ ਲਾਗੇ ਜੰਮੂ ਪੈਂਦਾ ਹੈ, ਇੱਥੋਂ ਸੈਨਾ ਭੇਜੀ ਸੀ। ਇੱਥੇ ਮੀਆਂ ਖਾਂ ਜਿਹੜਾ ਹੈ ਉਹਨੇ ਆਪਣੇ ਜਿਹੜਾ ਬੇਟਾ ਹੈ ਯਾਨੀ ਕਿ ਜਿਹੜਾ ਉੱਥੋਂ ਦਾ ਕਹਿ ਲਓ ਸੈਨਾਪਤੀ ਸੀ ਆਲਿਫ ਖਾਂ, ਉਹਦੇ ਅਧੀਨ ਜਿਹੜੀ ਸੈਨਾ ਭੇਜੀ ਸੀ। ਔਰ ਇਹ ਸੈਨਾ ਜਿਹੜੀ ਹੈ ਦੇਖ ਲਓ ਇਸ ਜੰਮੂ ਤੋਂ ਇਹ ਚੱਲ ਕੇ ਆਈ ਸੀਗੀ। ਔਰ ਇਹ ਨਾਦੌਨ ਹੈ। ਔਰ ਇੱਥੇ ਜਿਹੜੇ ਬਾਕੀ ਪਹਾੜੀ ਰਾਜੇ ਨੇ, ਜਿਸ ਤਰ੍ਹਾਂ ਕਿ ਇਹ ਮੰਡੀ ਦਾ ਰਾਜਾ ਹੈ, ਫਿਰ ਬਿਲਾਸਪੁਰ ਦਾ ਰਾਜਾ ਹੈ, ਇਸੇ ਤਰ੍ਹਾਂ ਆਪਾਂ ਹੋਰ ਨੀਚੇ ਚਲੇ ਜਾਈਏ ਤੇ ਇਹ ਛੋਟੇ ਛੋਟੇ ਰਾਜੇ ਜਿਹੜੇ ਨੇ ਇੱਥੇ ਆ ਜਾਂਦੇ ਨੇ। ਇਹ ਉਸ ਵੇਲੇ ਛੋਟੇ ਛੋਟੇ ਰਾਜੇ ਸੀਗੇ, ਔਰ ਇਹਨਾਂ ਦੀਆਂ ਛੋਟੀਆਂ ਛੋਟੀਆਂ ਸਟੇਟ ਸੀਗੀਆਂ, ਸਾਰੇ ਮਿਲ ਕੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਨੇ ਉਹ ਇੱਥੇ ਜਿਹੜਾ ਯੁੱਧ ਲੜਿਆ ਗਿਆ ਸੀ। ਔਰ ਇਹ ਜਿਹੜਾ ਇਲਾਕਾ ਹੈ ਇਹ ਵੀ ਦੇਖੋ, ਇਹ ਵੀ ਨਦੀ ਇੱਥੇ ਲਾਗੇ ਜਿਹੜਾ ਬਿਆਸ ਜਿਹੜੀ ਨਦੀ ਹੈ ਉੱਥੇ ਇਹ ਇਲਾਕਾ ਜਿਹੜਾ ਹੈ ਇਹ ਪੈਂਦਾ ਹੈ। ਤੋ ਇਹ ਜਿਹੜਾ ਇਲਾਕਾ ਹੈ ਇਹ ਯਾਦ ਰੱਖਣਾ, ਇਹ ਬਿਆਸ ਦੇ ਲਾਗੇ ਹੈ। ਤੋ ਨਿਚਲਾ ਜਿਹੜਾ ਏਰੀਆ ਸੀਗਾ ਉਹ ਸਤਲੁਜ ਸੀਗੀ, ਇਹ ਜਿਹੜਾ ਹੈ ਬਿਆਸ ਦੇ ਕੰਢੇ ਜਿਹੜਾ ਪੈਂਦਾ ਹੈ। ਤੋ ਇਹ ਵੀ ਇਹਦੇ ਵਿੱਚ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਯੁੱਧ ਜਿਹੜਾ ਲਗਭਗ ਜਿੱਤ ਚੁੱਕੇ ਸੀਗੇ, ਔਰ ਜਿੱਤ ਗਿਆ ਸੀ ਇਹ ਯੁੱਧ। ਲੇਕਿਨ ਇੱਥੋਂ ਦਾ ਜਿਹੜਾ ਬਿਲਾਸਪੁਰ ਦਾ ਰਾਜਾ ਹੈ, ਇਹ ਦੇਖੋ ਬਿਲਾਸਪੁਰ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਇਹਦੇ ਵਿੱਚ। ਔਰ ਬਿਲਾਸਪੁਰ ਦਾ ਜਿਹੜਾ ਸ਼ਾਸਕ ਹੈ ਉਹਨੇ ਬਾਅਦ ਵਿੱਚ ਆਪਣੇ ਆਪ ਹੀ ਜਾ ਕੇ ਬਿਨਾਂ ਪੁੱਛੇ, ਗੁਰੂ ਜੀ ਤੋਂ ਬਿਨਾਂ ਪੁੱਛੇ ਜਿਹੜਾ ਹੈ ਜਿਹੜਾ ਜੰਮੂ ਦਾ ਜਿਹੜਾ ਸ਼ਾਸਕ ਇਹਨਾਂ ਤੇ ਹਮਲਾ ਕਰਨ ਆਇਆ ਸੀ ਉਹਦੇ ਨਾਲ ਜਾ ਕੇ ਸਮਝੌਤਾ ਕਰ ਲਿਆ। ਤੋ ਇੱਕ ਬੜੀ ਜਿਹੜੀ ਹੈ ਦਿਲਚਸਪ ਔਰ ਹਾਸੋਹੀਣੀ ਜਿਹੜੀ ਇਹਨਾਂ ਨੇ ਜਿਹੜੀ ਘਟਨਾ ਕੀਤੀ ਹੈ ਬਿਲਾਸਪੁਰ ਦੇ ਰਾਜੇ ਨੇ। ਤੋ ਇੱਥੋਂ ਸਾਨੂੰ ਜਿਹੜੀਆਂ ਹੈ ਨਕਸ਼ੇ ਤੋਂ ਕਾਫੀ ਗੱਲਾਂ ਜਿਹੜੀਆਂ ਨੇ ਸਮਝ ਆਉਂਦੀਆਂ ਨੇ ਕਿ ਕਿਹੜਾ ਰਾਜਾ ਜਿਹੜਾ ਕਿੱਧਰੋਂ ਦੀ ਆਇਆ ਸੀ ਔਰ ਕਿੱਧਰ ਗਿਆ, ਔਰ ਇਹਦੇ ਨਾਲ ਸਾਨੂੰ ਜਿਹੜੇ ਨੇ ਸਥਾਨ ਜਿਹੜੇ ਨੇ ਉਹ ਵੀ ਯਾਦ ਰਹਿੰਦੇ ਨੇ। ਤੋ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਇੱਕ ਅਨੰਦਪੁਰ ਸਾਹਿਬ ਦਾ ਜਿਹੜਾ ਯੁੱਧ ਲੜਿਆ ਗਿਆ ਸੀਗਾ, ਔਰ ਅਨੰਦਪੁਰ ਸਾਹਿਬ ਦੇ ਯੁੱਧ ਤੋਂ ਬਾਅਦ ਇਹ ਆਪਾਂ ਰਸਤਾ ਦੇਖਦੇ ਹਾਂ। ਅਨੰਦਪੁਰ ਸਾਹਿਬ ਦੇ ਵਿੱਚ ਦੋ ਜਿਹੜੇ ਨੇ ਵੱਡੇ ਵੱਡੇ ਯੁੱਧ ਲੜੇ ਗਏ ਨੇ। ਪਹਿਲੇ ਯੁੱਧ ਜਿਹੜਾ ਹੈ ਉਹਨੂੰ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ, ਔਰ ਦੂਸਰੇ ਯੁੱਧ ਨੂੰ ਅਸੀਂ ਦੂਸਰੀ ਲੜਾਈ ਦੇ ਨਾਮ ਤੇ ਜਾਣਦੇ ਹਾਂ। ਔਰ ਇਹਦੇ ਵਿੱਚ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਹੜਾ ਪਹਿਲਾ ਯੁੱਧ ਸੀਗਾ ਉਹ ਪਹਾੜੀ ਰਾਜਿਆਂ ਦੇ ਨਾਲ ਹੋਇਆ ਸੀ,
और जिहड़ा दूसरा युद्ध सी उहदे विच मुगल सेना भी शामिल सी। और ये वो रस्ता है जिथे कि कीरतपुर है। कीरतपुर तो साहब तो बाद ये निरमोहगढ़ है, जिहड़ी कि निरमोहगढ़ की भी लड़ाई लड़ी गई सी। और उदय सिंह दे नाल जिहड़े कि अपने गुरु गोबिंद सिंह जी का एक बहादुर सैनापति सी, उन्होंने जिहड़ा सिखां दे जिहड़े सैना सीगा, उन्होंने थोड़े जे सिखां दी सैना ने मुगलों की सैना नूं इत्थे रोक के रखिया सी। तो इस स्थान का नाम शाही टिब्बी है। तो इस शाही टिब्बी तो अगे आपां नीचे नूं चले जाइए तो अगे ये सिरसा रिवर आती है। ये सिरसा रिवर है, जदों कि उस समय आप देखते हैं कि परिवार का विछोड़ा इस स्थान पर पिया सी। और इस स्थान पर ही लागे एक गुरुद्वारा परिवार विछोड़ा जिहड़ा है ये सानू इत्थे दिखाई दिंदा है। तो इत्थों चल के तो गुरु गोबिंद सिंह जी जिहड़े ने उस तो बाद इत्थे चमकौर साहिब पहुँचते हैं। और चमकौर साहिब दे विच जिहड़ा है युद्ध हुंदा। और अखीर ते माछीवाड़ा के जंगलों तो हुंदे हुए वो खिदराना जिहड़े ने पहुंचे सी। तो ये खिदराना है। तो ये इन शॉर्ट जिहड़ा तुहाडे नाल मैं सांझी कीती है कि किस तरह उन्होंने युद्ध किहड़े किहड़े थावां ते इन शॉर्ट लड़ने पे ने। तो हुण असी देखते हाँ कि नक्शा वो वाला जिहड़ा कि गुरु गोबिंद सिंह जी दे नाल हुण जिहड़ा रिलेटेड है, अज दा आपां जिहड़ा करना है नक्शा उहदे नाल असी देखते हाँ। तो ये सानू जिहड़ा है सामने नक्शा नज़र आ रहा है। कमल सर नजर आ रहा नक्शा? आ रहा है सर। ओके ओके, थैंक यू। तो ये नक्शा है जिहड़ा आपां पिछली बारी कीता सीगा। ये सबराओं, फिरोजपुर, मुदकी, बद्दोवाल, आलीवाल ये वो सारे स्थान ने जिहड़े कि पहले एंग्लो सिख युद्ध दे विच भरे गए सी। और ये आपां नक्शा कीता सी। इस तो बाद ये दूसरे एंग्लो सिख युद्ध का नक्शा कीता सी। और ये बारे आपां दस्सिया सी कि किस तरह आपां जिहड़े ने पॉइंट्स लगाने ने और किस तरह लकीरां खिंच के ते उन्हां नूं अपने नक्शे ते उतारना है। तो अज जिहड़ा नक्शा असी करांगे उहदे बारे भी एक डिक्टम जिहड़ी है वो याद रखनी है। वो डिक्टम की है कि भंग खाधी ना भंग खाधी ना चमचम शाही, ना भंग खाधी ना चमचम शाही, बस अंदर खड़ा सिपाही। ना भंग खाधी ना चमचम शाही, बस अंदर खड़ा सिपाही। तो इस डिक्टम नूं सारिਆਂ ने याद रखना है। तो इस तो बाद आपां नक्शा जिहड़ा करांगे ये वो बेसिक नक्शा है जिहड़ा कि बच्चे सारिਆਂ नूं याद होना चाहिए है। नदियां बारे ये आपां पहला भी कर चुके हाँ। ये मौजूदा जिहड़ा है नक्शा है जिन्हों असी बार बार देखने की आदत इस करके पा रहे हैं तां जो तुहानू जिहड़ा है नज़रां दे विच पक्का हो जाए। क्योंकि नक्शा जिहड़ा है देखण दे नाल संबंधित है, देखण दे नाल ज़्यादा संबंधित है। तो ये उही नक्शा है जिहड़ा कि आपां हुणे देखिया है। और इहदे विच जिन्ने भी पॉइंट्स ने इन्हां दे नाल आपां बिल्कुल छेड़छाड़ नहीं करनी। इसे तरह ही नक्शा जिहड़ा है ये असी अपने जिहड़ा है पॉइंट्स ने उस तरह ही बना के अपने नक्शे के उत्ते लैके आवांगे। तो ये पॉइंट्स बनते हैं जिहड़े कि साडे कोल सामने आते हैं। अगर इन्हां दी गिणती करिए तां ये गिणती के कुछ 8 पॉइंट ने जिहड़े साडे कोल सामने नज़र आते हैं। तो इन्हां नूं असी नक्शे नूं बनाना किद्दां है, उहदे विच जदों नक्शा असी बनाना है ਤਾਂ जिस तरह कि मैं तुहानूं पहला दस्सिया सी कि पंजाब का नक्शा जदों भी आपां देखना है कि कुछ एक पॉइंट्स याद रखने ने। जिस तरह तुहानूं मैं एक पॉइंट ए वाला याद कराया सी उस वेले, इत्थे किहड़ा शहर सीगा? दिल्ली। ते एक आ वाला पॉइंट मैं याद कराया सी, इत्थे किहड़ा शहर सी?
इत्थे शहर सीगा इस्लामाबाद। तो ये याद रखना है, इन्होंने भुलना नहीं। नीचे वाला जिहड़ा शहर है इत्थे इत्थे दिल्ली सीगा और दूसरे पासे पाकिस्तान की राजधानी इस्लामाबाद। तो ये हुण याद रखना जिहड़ा कि अज दा नक्शा है कि जदों नक्शा आपां देखना है तो यह वाला पॉइंट जिहड़ा है इत्थे आपां याद रखना है जिथे ये बैंड बनता है। वो निचला जिहड़ा है ये वाला हिस्सा जिहड़ा है याद रखना है कि आपां लाइन जिहड़ी है किस तरह आपां लैके जानी है। तो इहदे विच आपां जिहड़े शहर आंदे ने वो आपां देखदे हां। पहला शहर जिहड़ा है नादौन है, उस तो बाद बसौली और तीसरा आनंदपुर, फिर किरतपुर, उस तो बाद निरमोह, इस तो बाद शाही टिब्बी, चमकौर साहिब और सरहिंद का जिहड़ा है इलाका आंदा है। तो ये लाइन जिहड़ी है ये आपां इस ढंग दे नाल बनानी है। तो ये लाइन दे वास्ते जिहड़ा पॉइंट आपां याद रख लैने ने। एक लाइन जिहड़ी है वो आपां ये जिहड़ी लाइन तो बिल्कुल सीधी है और कित्थों उपरों आ रही है और किस तरह नीचे तो आ रही है, ये वास्ते आपां पॉइंट याद रख लैने ने। और इस तरह एक टेढ़ी हॉरिजोंटल लाइन आपां खिंचांगे इस ढंग दे नाल। तो ये जिहड़ियां लाइनां खिंचियां गईयां ने जिवें कि मैं तुहानूं पहलां दस्सिया है, ये पॉइंट याद रखना है, ये बैंड याद रखना है। और नीचे तो आपां ये जिहड़ा पंजा बनदा पिया है ये वाला हिस्सा नक्शे का, इहनूं असीं याद रखना है। इत्थों पॉइंट तो लैके उपर तक नूं जाना है इस लकीर दे विच। और जिहड़ी सज्जे तो खब्बे या खब्बे तो सज्जे कह लो, जदों ये नक्शा इस तरह उपर नूं थल्ले नूं आके तां टेढ़ा हो के नीचे नूं आंदा है तां उत्थे ये वाला पॉइंट बनता है। तां इस पॉइंट तो असीं नक्शा जिहड़ा बनाउण दे वास्ते खब्बे तो लैके इस सज्जे बिल्कुल सीधी आपां लिया के तां ये जिहड़ा तीर कमान बनता है ये हिमाचल प्रदेश का जिहड़ा बॉर्डर है इस तरह कमान की तरह या ब्रैकेट की तरह जिहड़ा मैं तुहानूं दस्सिया सी, इस ब्रैकेट दे विच जिथे कि ब्रैकेट इहदा इस बिल्कुल सीधी जा रही है और जिथे नीचे नूं आनी शुरू हो जाती है ब्रैकेट, तो इत्थे आपां पॉइंट जिहड़ा है लिया के उहनूं खत्म करना है। तो इहदे नाल जिहड़े साडे पॉइंट बनणगे वो बनाने किद्दां ने, जिथे ये क्रॉस आंदा है, जिथे ये क्रॉस आंदा है उत्थे आपां लकीर जिहड़ी है बिल्कुल उपर पॉइंट बना देने ने। ए देखो नीचे आपां पॉइंट बनावांगे, लेकिन इस पॉइंट बनाने तो पहला मैं तुहानूं दस दवां एक इस तरह ब्रैकेट टाइप जां पुट्ठी सी जिहड़ी हुंदी है, जां कह लो कि जे उपर नूं थल्ले नूं इह लकीर आ रही है तां इत्थे छोटी जिही डी बन जाएगी, जां डी कह लो जां उल्टी सी कह लो। तो जदों यह डी इत्थों लियानी है इस पॉइंट तो तां इहनूं असीं बाहर लैके आना, इत्थे इत्थे छोटा जिहा पॉइंट बना देना और इहदे इस पॉइंट तो उपरले पॉइंट तक इस छोटे सी जिहड़ी बनी है उल्टी जां डी कह लो, इस डी का जिहड़ा विंग बनिया आ इस विंग दे विच ही आपां 4 पॉइंट इकट्ठे ही बना देने ने। तो 4 पॉइंट जिहड़े ने एक दूसरे दे नाल नाल चल रहे ने, इन्हां नूं तुसीं याद रखना कि किहड़े किहड़े शहर बनते ने। इहदे विच पहला जिहड़ा शहर बनता है आनंदपुर साहब है, दूसरा जिहड़ा बनता है कीरतपुर साहब है, तीसरा जिहड़ा है निरमोह है, उस तो बाद जिहड़ा है शाही टिब्बी है। और जिहड़ा चमकौर साहिब का शहर बनता है इहदे वास्ते जिहड़ा पॉइंट है ये जिथे जाके ये डी का एंड हुंदा है, बाहर आपां कढ देना आ, उत्थे जाके जिहड़ा है ये चमकौर साहिब का पॉइंट जिहड़ा बनावांगे आपां इस थां ते। तो इस पॉइंट दे बिल्कुल नीचे नूं लैके लै जाना है, इत्थे एक पॉइंट बनावांगे, ये सरहंद का इलाका है। तो ये सरहंद है, जिन्ना आपां नीचे सरहंद बनाया है इस पॉइंट तो, यानी कि जिहड़ा क्रॉसिंग पॉइंट है इहदे थल्ले नूं जिन्ना आपां सरहिंद बनाया है, इस तरह ही इस सी का उपरला पॉइंट सॉरी डी का जिहड़ा उपरला पॉइंट है जिथे कि यह विंग मिलता है, इन्ना ही एक उपर नूं जाके तो 2 पॉइंट उन्नी उन्नी दूरी ते जाके बना देने ने, पहला पॉइंट और दूसरा पॉइंट। जिहड़ा सब तो उपरला पॉइंट है वो नादौन होएगा और निचला पॉइंट जिहड़ा है वो बसौली होएगा। तो इस तरह आपां जिहड़े ने ये पॉइंट जिहड़े ने याद रखने ने। और जदों इन्हां नूं बना लेना है तो याद रखना है कि बाद विच सारियां लाइनां जिहड़ियां ने वो असीं मचे देनियां ने।
तो ये जिहड़ा नक्शा है सानू इस तरह ही साफ पेज के उपर सानू दिखाई देगा। और ये नक्शा जिहड़ा है इस तरह ही साडे जिहड़ा बाजारों आपां अगर नक्शा लवांगे तो इस तरह का नक्शा जिहड़ा सानू मिलता है उहदे उत्ते पॉइंट जिहड़े ने सानू मिल जाणगे। तो ये नक्शा है जिहड़ा कि आपां साडे पेपरां दे विच आउंदा और ये तुहानू पता है कि पेपरां दे विच जिहड़ा आंदा नक्शा उहदे विच कुछ पॉइंट्स जिहड़े ने बने हुंदे ने और बाकी पॉइंट्स जिहड़े ने वो नहीं बने हुंदे। तो ये अज दा जिहड़ा नक्शा सी इहदे विच जिहड़ियां कोई गल्लां तुहाडे जहन दे विच होण तां उहनां नू नोट करके रख लेना, लेकिन इहदी जिहड़ी है डिक्टम जरूर याद रखनी, ना भंग खाधी ना चमचम शाही बस अंदर खड़ा सिपाही। तो इहदे वास्ते देखो कि जिहड़ी डिक्टम बनी है इहदे विच भी जिहड़े ने अलग अलग इहदे बनदे ने पॉइंट्स। तो ना जिहड़ा ना भंग खाधी, तो पहला जिहड़ा ना है वो की है नादौन, ना भंग तो की बनता है भंगानी, तो खाधी तो की बनता है खिदराना। अगला जिहड़ा है ना इथों निर्मोह और चमचम शाही चमकौर साहब और शाही टिब्बी, चमकौर साहिब और शाही टिब्बी, चमचम तू चमकौर साहिब और शाही तू शाही टिब्बी। बस तू की बनता है बसौली, बस तू बनता है बसौली। और इस तरह ही अंदर तो बनता है आनंदपुर साहिब, आनंदपुर साहिब। और इस तरह ही खखा खड़ा सिपाही, खखे तो फिर असी उस तरह ही खिदराना, खिदराना जिहड़ा वो बनेगा। और सस्से तो की बनेगा सरहिंद। हाँ जी बिल्कुल सही है बच्चे, सरहिंद दा जिहड़ा ये इलाका बनेगा। तो इस डिक्टम नू इस निमोनिक्स नू तुसी याद रखना सरहिंद। तो ये जिहड़े नक्शे दे किस तरह आपां पॉइंट्स बनाने ने इस नू तुसी याद रखना है। वो सिर्फ इन्ना इलाका है जिन्हों तुसी इस पॉइंट्स दे नाल याद रखना है। तो ये कुल 8 पॉइंट ने। ਇਹਦੇ ਵਿੱਚੋਂ ਅਸੀਂ ਖਿਦਰਾਣਾ ਜਿਹੜਾ ਉਹਦੇ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਸ ਤਰ੍ਹਾਂ ਇਹ ਪੁਆਇੰਟ ਜਿਹੜਾ ਆਂਦਾ ਹੈ ਇਹਦੇ ਬਿਲਕੁਲ ਇਸ ਥਾਂ ਤੇ ਜਿਹੜਾ ਹੈ ਉਹ ਖਿਦਰਾਣਾ ਹੈ। ਔਰ ਇਹਦੇ ਜਦੋਂ ਬਿਲਕੁਲ ਸਿੱਧੀ ਲਾਈਨ ਖਿੱਚ ਦਾਂਗੇ ਤਾਂ ਇੱਥੇ ਆ ਕੇ ਜਿਹੜਾ ਹੈ ਪੌਂਟਾ ਸਾਹਿਬ ਔਰ ਨਾਲ ਜਿਹੜਾ ਹੈ ਬਸੌਲੀ ਸੌਰੀ ਖਿਦਰਾਣਾ ਪੈਂਦਾ ਹੈ। तो ये पॉइंट इन्हों असी मिला दईए तो कुल जिहड़े ने 10 जिहड़े ने उस स्थान जिहड़े ने बन जाते हैं। तो आस है कि सारिਆਂ ਨੂੰ इस दे बारे क्लीयर हो चुका होएगा। तो अज दा इन्ना ही सीगा जिहड़ा कि तुहाडे नाल डिस्कस कीता है। तो क्लास दे विच हाजिर होने वाले सारे ही बच्चों का और रिस्पैक्टेड टीचर्स जिन्ने भी हैगे ने उन्हां सारा बहुत बहुत ਧੰਨਵਾਦ ਜੀ। तो इस दे नाल ही आपां क्लास जिहड़ी है वो समाप्त करते हैं। तो थैंक यू सर, थैंक यू, वेल एक्सप्लेन। थैंक यू जी सारिਆਂ ਨੂੰ, थैंक यू। हाँ जी सर बहुत अच्छा सीगा, मैं तो स्पेशली नक्शे दी क्लास ਤੁਹਾਡੀ ज्वाइन करदी हां। ओके बहुत अच्छा एक्सप्लेन करदे हो तुसीं। थैंक यू मैम, थैंक यू।